ਮੇਰੇ ਸਹੁਰੇ ਬਹੁਤ ਅਮੀਰ ਸਨ। ਮੈਂ ਆਪਣੀ ਭੈਣ ਦਾ ਵਿਆਹ ਆਪਣੇ ਹੀ ਦਿਓਰ ਨਾਲ ਕਰਵਾ ਦਿੱਤਾ। ਅਗਲੀ ਸਵੇਰ ਮੈਂ ਆਪਣੀ ਭੈਣ ਨੂੰ ਨਾਸ਼ਤੇ ਲਈ ਉਸਦੇ ਕਮਰੇ 'ਚੋਂ ਬੁਲਾਉਣ ਗਈ ਤਾਂ ਮੇਰੇ ਦਿਓਰ ਨੇ ਰੋਕ ਦਿੱਤਾ ਤੇ ਕਹਿਣ ਲੱਗਿਆ ਕਿ ਭਾਬੀ, ਮੇਰੀ ਪਤਨੀ ਨੂੰ ਸੌਂ ਜਾਣ ਦਿਓ, ਉਸ ਦੀ ਨੀਂਦ ਖਰਾਬ ਹੋ ਜਾਵੇਗੀ। ਆਪਣੇ ਦਿਓਰ ਦੀ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋਈ, ਪਰ ਜਦ ਮੇਰੀ ਭੈਣ 3 ਦਿਨ ਕਮਰੇ ਤੋਂ ਬਾਹਰ ਹੀ ਨਹੀਂ ਨਿਕਲੀ ਤਾਂ ਮੈਂ ਘਬਰਾ ਗਈ ਤੇ ਮੈਂ ਜਲਦੀ ਨਾਲ ਉਹਦੇ ਕਮਰੇ ਵਿੱਚ ਗਈ। ਉੱਥੇ ਦਾ ਮੰਜ਼ਰ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਕਿਉਂਕਿ ਉੱਥੇ ਤਾਂ ਅੱਜ ਮੌਸਮ ਬਹੁਤ ਸੋਹਣਾ ਸੀ, ਪਰ ਮੇਰੀ ਮਾਂ ਬਹੁਤ ਪਰੇਸ਼ਾਨ ਸੀ ਕਿਉਂਕਿ ਉਹਨਾਂ ਨੇ ਮੇਰੇ ਵਿਆਹ ਦੀ ਤਿਆਰੀ ਜੋ ਕਰਨੀ ਸੀ। ਦਰਅਸਲ ਪਿਛਲੇ 2 ਸਾਲਾਂ ਤੋਂ ਮੇਰਾ ਵਿਆਹ ਮੇਰੇ ਪਾਪਾ ਦੇ ਦੋਸਤ ਦੇ ਮੁੰਡੇ ਨਾਲ ਹੋਣਾ ਤੈਅ ਹੋਇਆ ਸੀ। ਮੰਗਣੀ ਹੋਣ ਤੋਂ ਬਾਅਦ ਵੀ ਉਹ ਲੋਕ ਜਲਦੀ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸਨ। ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦਿੰਦੇ। ਪਰ ਇੱਕ ਦਿਨ ਪਾਪਾ ਦੇ ਦੋਸਤ ਸਾਡੇ ਘਰ ਆਏ। ਅਸੀਂ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਉਹਨਾਂ ਨੇ ਮੇਰੇ ਪਾਪਾ ਨੂੰ ਕਿਹਾ ਕਿ ਆਪਣੇ ਬੱਚਿਆਂ ਦਾ ਵਿਆਹ ਕਿੰਨੇ ਦਿਨਾਂ ਤੋਂ ਤੈਅ ਹੈ, ਇਸ ਲਈ ਮੈਂ ਚਾਹੁੰਦਾ ਹਾਂ ਕਿ ਬੱਚਿਆਂ ਦਾ ਵਿਆਹ ਜਲਦੀ ਨਾਲ ਕਰਵਾ ਦਿੱਤਾ ਜਾਵੇ। ਉਹਨਾਂ ਦੀ ਗੱਲ ਨਾਲ ਸਾਡੇ ਘਰ ਵਿੱਚ ਖੁਸ਼ੀਆਂ ਆ ਗਈਆਂ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਈਆਂ। ਮੈਂ ਵੀ ਬਹੁਤ ਖੁਸ਼ ਸੀ ਕਿਉਂਕਿ ਮਨ ਹੀ ਮਨ ਮੈਂ ਹਨੀ ਨੂੰ ਆਪਣਾ ਜੀਵਨ ਸਾਥੀ ਸਵੀਕਾਰ ਕਰ ਲਿਆ ਸੀ। ਖੈਰ, ਮਾਂ ਬਾਜ਼ਾਰ ਜਾਣ ਹੀ ਵਾਲੀ ਸੀ ਕਿ ਮੀਂਹ ਸ਼ੁਰੂ ਹੋ ਗਿਆ। ਉਹਨਾਂ ਦਾ ਕੰਮ ਧਰਿਆ ਧਰਾਇਆ ਰਹਿ ਗਿਆ। ਮੇਰੀ ਮਾਂ ਸਿਰ ਫੜ ਕੇ ਬੈਠ ਗਈ ਤੇ ਕਹਿਣ ਲੱਗੀ, ਸਰੀਤਾ, ਆਪਾਂ ਨੇ ਤੇਰੇ ਸਹੁਰੇ ਵਾਲਿਆਂ ਨੂੰ ਕਹਿ ਤਾਂ ਦਿੱਤਾ ਕਿ 1 ਮਹੀਨੇ ਵਿੱਚ ਅਸੀਂ ਤਿਆਰੀ ਕਰ ਲਵਾਂਗੇ, ਪਰ ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੋਵੇਗਾ। ਮੈਂ ਮਾਂ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਮਾਂ, ਤੁਸੀਂ ਫਿਕਰ ਨਾ ਕਰੋ, ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਅਜੇ ਅਸੀਂ ਮਾਵਾਂ ਧੀਆਂ ਬੈਠੀਆਂ ਗੱਲਾਂ ਹੀ ਕਰ ਰਹੀਆਂ ਸਨ ਕਿ ਦਰਵਾਜ਼ੇ 'ਤੇ ਕੋਈ ਦਸਤਕ ਹੋਈ। ਮੇਰੀ ਛੋਟੀ ਭੈਣ ਰਚਨਾ ਨੇ ਦਰਵਾਜ਼ਾ ਖੋਲ੍ਹਿਆ। ਰਚਨਾ ਦਰਵਾਜ਼ਾ ਖੋਲ੍ਹਦੇ ਹੀ ਮੁਸਕਰਾਈ ਤੇ ਕਹਿਣ ਲੱਗੀ ਕਿ ਆਂਟੀ, ਤੁਸੀਂ ਬੜੇ ਸੋਹਣੇ ਟਾਈਮ 'ਤੇ ਆਏ ਹੋ। ਮੌਸਮ ਬਹੁਤ ਵਧੀਆ ਹੈ। ਮੈਂ ਪਕੌੜੇ ਬਣਾਉਣ ਜਾ ਰਹੀ ਸੀ। ਤੁਸੀਂ ਮੇਰੇ ਹੱਥ ਦੇ ਪਕੌੜੇ ਖਾ ਕੇ ਹੀ ਜਾਇਓ। ਆਂਟੀ ਨੇ ਕਿਹਾ, ਠੀਕ ਹੈ, ਤੂੰ ਪਕੌੜੇ ਬਣਾ, ਮੈਂ ਤੇਰੀ ਮਾਂ ਨੂੰ ਮਿਲ ਕੇ ਆਉਂਦੀ ਹਾਂ। ਪਰ ਉਹਨਾਂ ਦਾ ਰਵੱਈਆ ਕੁਝ ਅਜੀਬ ਜਿਹਾ ਸੀ। ਇਹ ਆਂਟੀ ਹਨੀ ਦੀ ਮੰਮੀ ਸੀ, ਜੋ ਕਿ ਮੇਰੀ ਸੱਸ ਸੀ। ਉਹਨਾਂ ਦਾ ਸਾਡੇ ਘਰ ਆਉਣਾ ਜਾਣਾ ਪਹਿਲਾਂ ਤੋਂ ਹੀ ਸੀ। ਉਹ ਮਾਂ ਦੇ ਕੋਲ ਬੈਠ ਕੇ ਇਹ ਕਹਿਣ ਲੱਗੀ ਕਿ ਰੱਬ ਨੇ ਤੁਹਾਨੂੰ 2 ਬੇਟੀਆਂ ਹੀ ਦਿੱਤੀਆਂ ਹਨ। ਕਾਸ਼ ਇੱਕ ਬੇਟਾ ਵੀ ਦਿੱਤਾ ਹੁੰਦਾ ਤਾਂ ਬਹੁਤ ਚੰਗਾ ਹੁੰਦਾ। ਮੈਂ ਬਹੁਤ ਹੈਰਾਨੀ ਨਾਲ ਉਹਨਾਂ ਵੱਲ ਦੇਖਿਆ ਕਿ ਉਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹਨ। ਮੇਰੀ ਮਾਂ ਦੇ ਚਿਹਰੇ ਦਾ ਵੀ ਰੰਗ ਉੱਡ ਗਿਆ। ਮੇਰੀ ਮਾਂ ਨੇ ਕਿਹਾ ਕਿ ਭੈਣੇ, ਇਹ ਤਾਂ ਉੱਪਰ ਵਾਲੇ ਦੀ ਮਰਜ਼ੀ ਹੈ, ਕਿਸੇ ਨੂੰ ਮੁੰਡੇ ਦੇ ਦਿੰਦਾ ਹੈ ਤੇ ਕਿਸੇ ਨੂੰ ਕੁੜੀਆਂ। ਮੈਂ ਸੱਚ ਕਹਾਂ ਤਾਂ ਮੈਂ ਬਹੁਤ ਖੁਸ਼ ਹਾਂ ਆਪਣੀ ਕੁੜੀਆਂ ਨਾਲ। ਮੈਨੂੰ ਕੋਈ ਗਮ ਨਹੀਂ ਕਿ ਮੇਰੇ ਮੁੰਡਾ ਨਹੀਂ। ਅਸੀਂ ਇਸ ਗੱਲ ਨੂੰ ਟਾਲਦੇ ਜਾ ਰਹੇ ਸੀ, ਪਰ ਆਂਟੀ ਬਾਰ-ਬਾਰ ਇਹੀ ਗੱਲਾਂ ਕਰਦੀ ਜਾ ਰਹੀ ਸੀ। ਮੇਰੀ ਮਾਂ ਨੇ ਬੇਵਸੀ ਨਾਲ ਮੇਰੇ ਵੱਲ ਦੇਖਿਆ। ਮੈਂ ਕਿਹਾ ਕਿ ਆਂਟੀ, ਤੁਸੀਂ ਇਹਨਾਂ ਗੱਲਾਂ ਨੂੰ ਛੱਡੋ। ਤੁਸੀਂ ਇਹ ਦੱਸੋ ਕਿ ਤੁਸੀਂ ਵਿਆਹ ਵਾਲੇ ਦਿਨ ਕਿਹੜੀ ਡਰੈਸ ਪਾਓਗੇ। ਅੱਜ ਕੱਲ੍ਹ ਤਾਂ ਦੁਲਹਾ ਦੁਲਹਨ ਦੇ ਮਾਂ-ਬਾਪ ਵੀ ਇਸ ਤਰ੍ਹਾਂ ਤਿਆਰ ਹੁੰਦੇ ਹਨ ਕਿ ਜਿਵੇਂ ਉਹਨਾਂ ਦਾ ਹੀ ਵਿਆਹ ਹੋਵੇ। ਆਂਟੀ ਨੇ ਮੇਰੇ ਵੱਲ ਦੇਖਿਆ ਤੇ ਕਿਹਾ ਕਿ ਸਰੀਤਾ, ਮੈਨੂੰ ਤੇਰੇ ਲਈ ਬਹੁਤ ਦੁੱਖ ਹੋ ਰਿਹਾ ਹੈ। ਉਹਨਾਂ ਦੀ ਗੱਲ ਸੁਣ ਕੇ ਅਸੀਂ ਦੋਵੇਂ ਮਾਵਾਂ ਧੀਆਂ ਘਬਰਾ ਗਈਆਂ। ਮੈਂ ਉਹਨਾਂ ਨੂੰ ਕਿਹਾ ਕਿ ਆਂਟੀ, ਖੁੱਲ੍ਹ ਕੇ ਦੱਸੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਉਹਨਾਂ ਨੇ ਕਿਹਾ ਕਿ ਅੱਜ ਕੱਲ੍ਹ ਹਨੀ ਆਪਣੇ ਬਿਜ਼ਨਸ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦਾ ਹੈ। ਉਸ ਦੇ ਦੋਸਤ ਸਾਰੇ ਕਿਸਮਤ ਦੇ ਧਨੀ ਹਨ, ਕਿਉਂਕਿ ਉਹਨਾਂ ਦੇ ਜਿੱਥੇ ਵਿਆਹ ਹੋਏ ਉਹਨਾਂ ਦੇ ਸਾਲੇ ਵੱਡੇ ਵੱਡੇ ਬਿਜ਼ਨਸਮੈਨ ਹਨ ਤੇ ਉਹਨਾਂ ਨੇ ਉਹਨਾਂ ਦੀ ਨੌਕਰੀ ਵੀ ਲਗਵਾ ਦਿੱਤੀ। ਉਸ ਦੇ ਦੂਸਰੇ ਦੋਸਤ ਦਾ ਕਾਰੋਬਾਰ ਵੀ ਉਸ ਦੇ ਸਾਲੇ ਨੇ ਸੈੱਟ ਕਰਵਾ ਦਿੱਤਾ। ਹੁਣ ਹਨੀ ਨੇ ਇਹ ਜਿੱਦ ਫੜ ਲਈ ਹੈ ਕਿ ਉਹ ਅਜਿਹੀ ਕੁੜੀ ਨਾਲ ਵਿਆਹ ਕਰੇਗਾ ਜਿਸ ਦੇ ਭਾਈ ਦਾ ਚੰਗਾ ਬਿਜ਼ਨਸ ਹੋਵੇਗਾ। ਪਰ ਤੁਹਾਡਾ ਤਾਂ ਕੋਈ ਬੇਟਾ ਹੀ ਨਹੀਂ ਹੈ, ਇਸ ਲਈ ਹਨੀ ਨੇ ਇੱਥੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਆਂਟੀ ਦੀ ਇਹ ਗੱਲ ਸੁਣ ਕੇ ਸਾਡੇ ਦੋਵੇਂ ਮਾਵਾਂ ਧੀਆਂ 'ਤੇ ਜਿਵੇਂ ਬਿਜਲੀ ਗਿਰ ਗਈ ਹੋਵੇ। ਸਾਡੇ ਲਈ ਇਹ ਸਭ ਸਹਿਣਾ ਬਹੁਤ ਮੁਸ਼ਕਲ ਸੀ। ਆਂਟੀ ਮੇਰੇ ਕੋਲ ਆਈ ਤੇ ਮੇਰੇ ਹੱਥ ਵਿੱਚ ਹਨੀ ਦੇ ਨਾਮ ਦੀ ਪਾਈ ਹੋਈ ਅੰਗੂਠੀ ਉਤਾਰ ਲਈ ਤੇ ਸਾਡੇ ਵੱਲੋਂ ਦਿੱਤੀ ਗਈ ਅੰਗੂਠੀ ਨੂੰ ਮੇਜ਼ 'ਤੇ ਰੱਖ ਕੇ ਚਲੇ ਗਈ। ਉਹਨਾਂ ਦਾ ਇਹ ਰਵੱਈਆ ਦੇਖ ਕੇ ਮੈਂ ਤੇ ਮਾਂ ਅਸੀਂ ਇੱਕ ਦੂਜੇ ਵੱਲ ਦੇਖਦੀਆਂ ਹੀ ਰਹਿ ਗਈਆਂ। ਐਨੇ ਨੂੰ ਰਚਨਾ ਵੀ ਪਕੌੜੇ ਲੈ ਕੇ ਆ ਗਈ। ਉਹ ਸਾਨੂੰ ਦੇਖ ਕੇ ਬੋਲੀ ਕਿ ਤੁਹਾਨੂੰ ਕੀ ਹੋ ਗਿਆ, ਤੁਸੀਂ ਇਸ ਤਰ੍ਹਾਂ ਕਿਉਂ ਬੈਠੇ ਹੋ
ਤੇ ਆਂਟੀ ਕਿੱਥੇ ਗਈ? ਰਚਨਾ ਦੇ ਇੰਨਾ ਕਹਿਣ ਤੇ ਮੈਂ ਰੋਣ ਲੱਗੀ ਤੇ ਮੇਰੀ ਮਾਂ ਵੀ ਮੇਰੇ ਗਲ ਲੱਗ ਕੇ ਰੋਣ ਲੱਗੀ। ਜਦ ਕਿ ਰਚਨਾ ਅੰਗੂਠੀ ਦੇਖ ਕੇ ਸਭ ਸਮਝ ਗਈ ਸੀ। ਸ਼ਾਮ ਨੂੰ ਜਦੋਂ ਪਾਪਾ ਆਏ ਤਾਂ ਉਹਨਾਂ ਦਾ ਵੀ ਸਦਮੇ ਨਾਲ ਬੁਰਾ ਹਾਲ ਹੋ ਗਿਆ। ਉਹ ਕੁਝ ਦਿਨ ਬਹੁਤ ਦੁਖੀ ਰਹੇ ਤੇ ਫਿਰ ਮਾਂ ਨੂੰ ਕਹਿਣ ਲੱਗੇ ਕਿ ਜੋ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਮੈਂ ਤੁਹਾਨੂੰ ਹੋਰ ਪਰੇਸ਼ਾਨ ਨਹੀਂ ਦੇਖ ਸਕਦਾ। ਹੁਣ ਇਹ ਬਿਹਤਰ ਹੋਵੇਗਾ ਕਿ ਸਰੀਤਾ ਲਈ ਕੋਈ ਹੋਰ ਵਧੀਆ ਰਿਸ਼ਤਾ ਲੱਭ ਲਈਏ। ਮੇਰੀ ਮਾਂ ਬਹੁਤ ਪਰੇਸ਼ਾਨ ਸੀ। ਉਹ ਪਾਪਾ ਨੂੰ ਕਹਿਣ ਲੱਗੀ ਕਿ ਜੇ ਕੁੜੀ ਦਾ ਇੱਕ ਵਾਰ ਰਿਸ਼ਤਾ ਟੁੱਟ ਜਾਵੇ ਤਾਂ ਦੂਜਾ ਰਿਸ਼ਤਾ ਇੰਨੀ ਆਸਾਨੀ ਨਾਲ ਨਹੀਂ ਮਿਲਦਾ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਕਿ ਪਹਿਲਾ ਰਿਸ਼ਤਾ ਕਿਉਂ ਟੁੱਟਿਆ, ਜ਼ਰੂਰ ਕੁੜੀ ਵਿੱਚ ਹੀ ਕੋਈ ਕਮੀ ਹੋਵੇਗੀ। ਪਾਪਾ ਨੇ ਕਿਹਾ ਕਿ ਤੂੰ ਦਿਲ ਛੋਟਾ ਨਾ ਕਰ, ਸਭ ਚੰਗਾ ਹੋਵੇਗਾ। ਫਿਰ ਮੇਰੇ ਮਾਂ-ਬਾਪ ਨੇ ਮੇਰੇ ਲਈ ਇੱਕ ਹੋਰ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਤੇ ਕੁਝ ਹੀ ਦਿਨਾਂ ਵਿੱਚ ਸਾਨੂੰ ਇੱਕ ਚੰਗਾ ਰਿਸ਼ਤਾ ਵੀ ਮਿਲ ਗਿਆ। ਮਾਂ ਨੇ ਦੱਸਿਆ ਕਿ ਉਹ ਲੋਕ ਬਹੁਤ ਚੰਗੇ ਹਨ ਤੇ ਪੈਸੇ ਵਾਲੇ ਵੀ ਹਨ, ਪਰ ਮੈਨੂੰ ਉਹਨਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਮੇਰੇ ਮਾਂ-ਬਾਪ ਨੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਉਹ ਚਾਹੁੰਦੇ ਸਨ ਕਿ ਮੇਰਾ ਵਿਆਹ ਉਸੇ ਦਿਨ ਹੋਵੇ ਜਿਸ ਦਿਨ ਹਨੀ ਨਾਲ ਤੈਅ ਹੋਇਆ ਸੀ। ਫਿਰ ਉਹਨਾਂ ਨੇ ਇਹ ਗੱਲ ਸੱਚ ਕਰਕੇ ਦਿਖਾਈ। ਉਹਨਾਂ ਨੇ ਉਸੇ ਤਰੀਕ ਨੂੰ ਮੇਰਾ ਵਿਆਹ ਰੋਹਿਤ ਨਾਲ ਕਰਵਾ ਦਿੱਤਾ। ਵਿਆਹ ਤੋਂ ਬਾਅਦ ਮੈਂ ਰੋਹਿਤ ਦੀ ਦੁਲਹਨ ਬਣ ਕੇ ਉਹਨਾਂ ਦੇ ਘਰ ਚਲੀ ਗਈ ਸੀ, ਪਰ ਮੈਨੂੰ ਵਿਆਹ ਦੀ ਕੋਈ ਖੁਸ਼ੀ ਨਹੀਂ ਸੀ ਤੇ ਨਾ ਹੀ ਇਸ ਵਿਆਹ ਨੇ ਮੇਰੇ ਮੁਰਝਾਏ ਹੋਏ ਦਿਲ ਨੂੰ ਜਿੰਦਾ ਕੀਤਾ ਸੀ। ਸੱਚ ਕਹਾਂ ਤਾਂ ਮੈਂ ਆਪਣੇ ਪਤੀ ਦੀ ਤਸਵੀਰ ਵੀ ਨਹੀਂ ਦੇਖੀ ਸੀ। ਵਿਆਹ ਹੋਣ ਤੱਕ ਮੈਂ ਆਪਣਾ ਸਿਰ ਝੁਕਾ ਕੇ ਹੀ ਰੱਖਿਆ ਸੀ। ਵਿਆਹ ਵਾਲੀ ਰਾਤ ਜਦ ਮੈਂ ਉਸ ਨੂੰ ਦੇਖਿਆ ਤਾਂ ਉਹ ਬਹੁਤ ਖੂਬਸੂਰਤ ਸੀ। ਉਸਨੇ ਮੈਨੂੰ ਮੁਸਕਰਾਉਂਦੇ ਹੋਏ ਕਿਹਾ ਕਿ ਸਰੀਤਾ, ਤੂੰ ਤਾਂ ਬਹੁਤ ਖੂਬਸੂਰਤ ਆਂ। ਮੈਂ ਬੇਮਨ ਨਾਲ ਹਲਕਾ ਜਿਹਾ ਮੁਸਕਰਾਈ। ਫਿਰ ਉਸ ਨੇ ਮੇਰਾ ਹੱਥ ਫੜ ਕੇ ਪੁੱਛਿਆ ਕਿ ਕੀ ਤੂੰ ਆਪਣੇ ਮੰਗੇਤਰ ਨਾਲ ਬਹੁਤ ਪਿਆਰ ਕਰਦੀ ਸੀ? ਮੈਂ ਉਸ ਵੱਲ ਹੈਰਾਨੀ ਨਾਲ ਦੇਖਿਆ। ਫਿਰ ਉਸਨੇ ਪੁੱਛਿਆ ਕਿ ਉਸਨੇ ਤੈਨੂੰ ਛੱਡ ਕਿਉਂ ਦਿੱਤਾ ਸੀ? ਤੇਰੀ ਵਿੱਚ ਕੋਈ ਬੁਰਾਈ ਸੀ ਜਾਂ ਫਿਰ ਤੇਰਾ ਕਿਸੇ ਹੋਰ ਨਾਲ? ਮੈਂ ਰੋਹਿਤ ਦੀ ਇਹ ਗੱਲ ਸੁਣ ਕੇ ਰੋਣ ਲੱਗੀ ਤੇ ਗੁੱਸੇ ਵਿੱਚ ਬੋਲੀ, ਨਹੀਂ ਸੀ ਮੇਰਾ ਕਿਸੇ ਹੋਰ ਨਾਲ ਰਿਸ਼ਤਾ ਤੇ ਨਾ ਹੀ ਮੇਰੇ ਵਿੱਚ ਕੋਈ ਬੁਰਾਈ ਸੀ। ਉਸ ਦੀਆਂ ਅੱਖਾਂ ਤੇ ਲਾਲਚ ਦੀ ਪੱਟੀ ਬੰਨੀ ਹੋਈ ਸੀ। ਉਹ ਚਾਹੁੰਦਾ ਸੀ ਕਿ ਉਸ ਦਾ ਵਿਆਹ ਉੱਥੇ ਹੋਵੇ ਜਿੱਥੇ ਉਸਦੇ ਸਹੁਰੇ ਉਸਦਾ ਬਿਜ਼ਨਸ ਸੈੱਟ ਕਰ ਸਕਣ, ਪਰ ਅਸੀਂ ਇੰਨਾ ਕਿੱਥੇ ਕਰ ਸਕਦੇ ਸੀ। ਰੋਹਿਤ ਨੇ ਮੇਰੇ ਹੰਝੂ ਪੂੰਝੇ ਤੇ ਕਿਹਾ ਕਿ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ। ਤੇਰੇ ਚਿਹਰੇ ਦੀ ਮਾਸੂਮੀਅਤ ਹੀ ਦੱਸ ਰਹੀ ਹੈ ਕਿ ਤੂੰ ਇੱਕ ਸ਼ਰੀਫ ਕੁੜੀ ਆਂ। ਪਰ ਰੋਹਿਤ ਦੀਆਂ ਗੱਲਾਂ ਨੇ ਮੇਰਾ ਮੂਡ ਖਰਾਬ ਕਰ ਦਿੱਤਾ ਸੀ। ਫਿਰ ਮੈਂ ਸਿਰ ਦਰਦ ਦਾ ਬਹਾਨਾ ਬਣਾ ਕੇ ਸੌਣ ਲਈ ਲੇਟ ਗਈ। ਮੈਨੂੰ ਇਹ ਗੱਲ ਵਾਰ-ਵਾਰ ਸਤਾ ਰਹੀ ਸੀ ਕਿ ਕੀ ਮੈਂ ਸਾਰੀ ਉਮਰ ਆਪਣੇ ਪਤੀ ਦੇ ਤਾਨੇ ਸੁਣਦੀ ਰਹਾਂਗੀ। ਪਰ ਸਵੇਰੇ ਜਦ ਮੈਂ ਸੌਂ ਕੇ ਉੱਠੀ ਤਾਂ ਮੇਰੀ ਸੱਸ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ, ਜਿਵੇਂ ਕਿ ਮੈਂ ਕੋਈ ਮਲਿਕਾ ਹੋਵਾਂ ਤੇ ਇਹੀ ਵਰਤਾਅ ਮੇਰੇ ਪਤੀ ਦਾ ਸੀ। ਇਹ ਸਭ ਦੇਖ ਕੇ ਮੇਰੇ ਦਿਲ ਨੂੰ ਥੋੜ੍ਹੀ ਜਿਹੀ ਤਸੱਲੀ ਹੋਈ। ਮੇਰਾ ਇੱਕ ਦਿਓਰ ਸੀ, ਉਹ ਵੀ ਬਹੁਤ ਚੰਗਾ ਲੜਕਾ ਸੀ। ਭਾਬੀ ਭਾਬੀ ਕਹਿੰਦਾ ਨਹੀਂ ਥੱਕਦਾ ਸੀ। ਕੁਝ ਦਿਨਾਂ ਬਾਅਦ ਮੇਰੇ ਮਾਤਾ-ਪਿਤਾ ਮੈਨੂੰ ਮਿਲਣ ਆਏ। ਮੇਰੀ ਸੱਸ ਨੇ ਉਹਨਾਂ ਦਾ ਵੀ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ। ਫਿਰ ਕੁਝ ਸਮੇਂ ਬਾਅਦ ਮੇਰੀ ਮਾਂ ਕਹਿਣ ਲੱਗੀ ਕਿ ਸਰੀਤਾ, ਤੂੰ ਮੈਨੂੰ ਆਪਣਾ ਕਮਰਾ ਨਹੀਂ ਦਿਖਾਵੇਂਗੀ? ਮੈਂ ਆਪਣੀ ਮਾਂ ਨੂੰ ਕਮਰੇ ਵਿੱਚ ਲੈ ਗਈ ਤਾਂ ਮੇਰੀ ਮਾਂ ਨੇ ਕਮਰੇ ਦਾ ਦਰਵਾਜ਼ਾ ਜਲਦੀ ਨਾਲ ਬੰਦ ਕਰ ਦਿੱਤਾ ਤੇ ਮੈਨੂੰ ਕਹਿਣ ਲੱਗੀ ਕਿ ਕੱਲ੍ਹ ਹਨੀ ਦੀ ਮਾਂ ਆਪਣੇ ਘਰ ਆਈ ਸੀ ਤੇ ਉਸ ਨੂੰ ਪਤਾ ਲੱਗ ਗਿਆ ਹੈ ਕਿ ਤੇਰਾ ਵਿਆਹ ਇੱਕ ਵਧੀਆ ਖਾਨਦਾਨ ਵਿੱਚ ਹੋ ਗਿਆ ਹੈ। ਉਹ ਕਹਿਣ ਲੱਗੀ ਕਿ ਹਨੀ ਦੀ ਬੇਵਕੂਫੀ ਦੀ ਵਜ੍ਹਾ ਨਾਲ ਸਾਨੂੰ ਇਹ ਰਿਸ਼ਤਾ ਖਰਾਬ ਨਹੀਂ ਕਰਨਾ ਚਾਹੀਦਾ ਸੀ। ਮੇਰੀ ਖੁਆਇਸ਼ ਹੈ ਕਿ ਸਰੀਤਾ ਦਾ ਨਾਂ ਸਹੀ, ਪਰ ਤੁਸੀਂ ਰਚਨਾ ਦਾ ਵਿਆਹ ਹਨੀ ਨਾਲ ਕਰਵਾ ਦਿਓ। ਤੂੰ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੀ ਐ ਕਿ ਉਹ ਲਾਲਚ ਵਿੱਚ ਆ ਕੇ ਇਹ ਸਭ ਕਹਿ ਰਹੀ ਹੈ। ਮੈਂ ਉਸ ਨੂੰ ਬੇਇੱਜ਼ਤ ਕਰਕੇ ਘਰ ਤੋਂ ਕੱਢ ਦਿੱਤਾ। ਬਾਕੀ ਦੇ ਰਿਸ਼ਤੇਦਾਰਾਂ ਤੇ ਆਂਢ ਗੁਆਂਢ ਦਾ ਵੀ ਇਹੀ ਹਾਲ ਹੈ। ਉਹ ਕਹਿ ਰਹੇ ਹਨ ਕਿ ਤੇਰੀ ਕੁੜੀ ਤਾਂ ਕਿਸਮਤ ਵਾਲੀ ਹੈ ਕਿ ਉਸ ਨੂੰ ਇੰਨਾ ਅਮੀਰ ਪਰਿਵਾਰ ਮਿਲ ਗਿਆ, ਪਰ ਮੈਨੂੰ ਅਜੇ ਤਸੱਲੀ ਨਹੀਂ ਸੀ। ਮੇਰੇ ਦਿਲ ਵਿੱਚ ਵਾਰ-ਵਾਰ ਖਿਆਲ ਆ ਰਿਹਾ ਸੀ ਕਿ ਇਹ ਲੋਕ ਪੈਸੇ ਵਾਲੇ ਤਾਂ ਹਨ, ਪਰ ਇਹਨਾਂ ਦੇ ਵਿਵਹਾਰ ਵਿਚਾਰ ਪਤਾ ਨਹੀਂ ਕਿਹੋ ਜਿਹੇ ਹੋਣਗੇ। ਮੈਂ ਇਹੀ ਸੋਚ-ਸੋਚ ਕੇ ਘਬਰਾਉਂਦੀ ਰਹੀ। ਪਰ ਅੱਜ ਜਦ ਮੈਂ ਤੇਰੇ ਸਹੁਰੇ ਪਰਿਵਾਰ ਨੂੰ ਮਿਲੀ ਤਾਂ ਮੈਨੂੰ ਜਾਣ ਕੇ ਤਸੱਲੀ ਹੋਈ ਕਿ ਇਹ ਲੋਕ ਤਾਂ ਬਹੁਤ ਚੰਗੇ ਹਨ। ਤੇਰੀ ਸੱਸ ਨੇ ਸਾਡੀ ਕਿੰਨੀ ਆਓ ਭਗਤ ਕੀਤੀ ਤੇ ਤੇਰਾ ਪਤੀ ਵੀ ਇੱਕ ਚੰਗਾ ਲੜਕਾ ਹੈ। ਮੇਰੀ ਗੱਲ ਧਿਆਨ ਨਾਲ ਸੁਣ, ਤੂੰ ਕਦੇ ਇਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਾ ਦੇਈਂ।
ਇਹ ਤੈਨੂੰ ਬਹੁਤ ਖੁਸ਼ ਰੱਖਣਗੇ। ਮਾਂ ਦੀਆਂ ਗੱਲਾਂ ਸੁਣ ਕੇ ਮੈਂ ਮਨ ਹੀ ਮਨ ਰੱਬ ਦਾ ਸ਼ੁਕਰੀਆ ਅਦਾ ਕਰ ਰਹੀ ਸੀ ਕਿ ਹੇ ਰੱਬਾ, ਤੂੰ ਚੰਗਾ ਕੀਤਾ ਕਿ ਉਹਨਾਂ ਲਾਲਚੀ ਲੋਕਾਂ ਤੋਂ ਮੇਰਾ ਪਿੱਛਾ ਛੁਡਵਾ ਦਿੱਤਾ ਤੇ ਮੇਰਾ ਰਿਸ਼ਤਾ ਇਹਨਾਂ ਚੰਗੇ ਲੋਕਾਂ ਨਾਲ ਕਰਵਾ ਦਿੱਤਾ। ਥੋੜ੍ਹੀ ਦੇਰ ਬਾਅਦ ਮੇਰੇ ਮਾਤਾ-ਪਿਤਾ ਵਾਪਸ ਚਲੇ ਗਏ। ਮੈਂ ਆਪਣੇ ਸਹੁਰੇ ਪਰਿਵਾਰ ਨੂੰ ਸਵੀਕਾਰ ਕਰ ਲਿਆ ਸੀ। ਉਹਨਾਂ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦੀ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਇੱਕ ਦਿਨ ਮੇਰੀ ਸੱਸ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਤੂੰ ਤਾਂ ਬਹੁਤ ਚੰਗੀ ਕੁੜੀ ਐ। ਮੈਂ ਚਾਹੁੰਦੀ ਹਾਂ ਕਿ ਮੇਰੇ ਛੋਟੇ ਬੇਟੇ ਨੂੰ ਵੀ ਤੇਰੇ ਜਿਹੀ ਹੀ ਕੋਈ ਚੰਗੀ ਕੁੜੀ ਮਿਲ ਜਾਵੇ। ਤੇਰੀ ਨਜ਼ਰ ਵਿੱਚ ਕੋਈ ਕੁੜੀ ਹੈ ਤਾਂ ਮੈਨੂੰ ਜ਼ਰੂਰ ਦੱਸੀ। ਤੇਰਾ ਘਰਾਣਾ ਬਹੁਤ ਚੰਗਾ ਹੈ। ਮੈਂ ਚਾਹੁੰਦੀ ਹਾਂ ਕਿ ਮੇਰੇ ਛੋਟੇ ਬੇਟੇ ਨੂੰ ਵੀ ਤੁਹਾਡੇ ਖਾਨਦਾਨ ਵਿੱਚ ਹੀ ਵਿਆਹ ਦੇਵਾਂ। ਮੈਂ ਕਿਹਾ, ਮਾਂ ਜੀ, ਹੁਣ ਤਾਂ ਮੇਰੀ ਨਜ਼ਰ ਵਿੱਚ ਕੋਈ ਨਹੀਂ ਹੈ। ਤੁਸੀਂ ਫਿਕਰ ਨਾ ਕਰੋ, ਮੈਂ ਆਪਣੀ ਮਾਂ ਨੂੰ ਦੱਸ ਦਿੰਦੀ ਹਾਂ। ਉਹ ਜ਼ਰੂਰ ਇਸ ਮਾਮਲੇ ਵਿੱਚ ਮਦਦ ਕਰਨਗੇ। ਮੇਰੀ ਸੱਸ ਨੇ ਕਿਹਾ ਕਿ ਚਲੋ ਠੀਕ ਹੈ। ਫਿਰ ਉਹ ਚਲੇ ਗਏ। ਮੈਂ ਜਲਦੀ ਨਾਲ ਆਪਣੀ ਮਾਂ ਨੂੰ ਫ਼ੋਨ ਮਿਲਾਇਆ ਤੇ ਮਾਂ ਨੂੰ ਪੁੱਛਿਆ ਕਿ ਮਾਂ, ਤੁਸੀਂ ਕੀ ਕਰ ਰਹੇ ਹੋ? ਮਾਂ ਨੇ ਕਿਹਾ ਕਿ ਮੈਂ ਮਠਿਆਈ ਖਾ ਰਹੀ ਹਾਂ। ਗੁਆਂਢ ਵਿੱਚ ਸ਼ਰਮਾ ਜੀ ਦੀ ਬਹੂ ਪ੍ਰੈਗਨੈਂਟ ਹੈ ਤੇ ਉਹ ਖੁਸ਼ੀ ਵਿੱਚ ਪਾਗਲ ਹੋਏ ਮਠਿਆਈ ਵੰਡ ਰਹੇ ਹਨ। ਮੈਂ ਉਹਨਾਂ ਨੂੰ ਕਿਹਾ ਵੀ ਸੀ ਕਿ ਇਹੋ ਜਿਹੀਆਂ ਗੱਲਾਂ ਜਲਦੀ ਲੋਕਾਂ ਨੂੰ ਨਹੀਂ ਦੱਸਦੇ, ਨਜ਼ਰ ਲੱਗ ਜਾਵੇਗੀ। ਪਰ ਉਹਨਾਂ ਨੂੰ ਕੌਣ ਸਮਝਾਵੇ? ਉਹਨਾਂ ਦੇ ਘਰ ਛੋਟਾ ਜਿਹਾ ਮਹਿਮਾਨ ਬਹੁਤ ਚਿਰਾਂ ਬਾਅਦ ਆਉਣ ਵਾਲਾ ਹੈ ਨਾ, ਇਸ ਲਈ ਉਹ ਬਹੁਤ ਜ਼ਿਆਦਾ ਖੁਸ਼ ਹਨ। ਮਾਂ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਵਿੱਚ ਉਦਾਸੀ ਛਾ ਗਈ। ਫਿਰ ਮਾਂ ਮੈਨੂੰ ਕਹਿਣ ਲੱਗੀ, ਸਰੀਤਾ, ਤੂੰ ਤਾਂ ਕੋਈ ਖੁਸ਼ਖਬਰੀ ਸੁਣਾਈ ਹੀ ਨਹੀਂ। ਤੇਰੇ ਵਿਆਹ ਨੂੰ ਵੀ ਹੁਣ 6 ਮਹੀਨੇ ਹੋਣ ਵਾਲੇ ਹਨ। ਮੈਂ ਮਾਂ ਦੀ ਗੱਲ ਨੂੰ ਟਾਲਦੇ ਹੋਏ ਕਿਹਾ ਕਿ ਮਾਂ, ਰੋਹਿਤ ਆ ਗਏ ਹਨ, ਮੈਂ ਫਿਰ ਫ਼ੋਨ ਕਰਾਂਗੀ। ਪਰ ਸੱਚ ਤਾਂ ਇਹ ਸੀ ਕਿ ਮੇਰੇ ਕੋਲ ਕੁਝ ਕਹਿਣ ਲਈ ਸ਼ਬਦ ਹੀ ਨਹੀਂ ਸਨ, ਕਿਉਂਕਿ ਮੇਰੇ ਵਿਆਹ ਨੂੰ ਕਈ ਦਿਨ ਹੋ ਗਏ ਸਨ ਤੇ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ। ਮੇਰੇ ਪਤੀ ਮੇਰੇ ਨਾਲ ਬਹੁਤ ਪਿਆਰ ਕਰਦੇ ਸਨ, ਪਰ ਇੰਨੇ ਦਿਨਾਂ ਵਿੱਚ ਮੇਰੇ ਪਤੀ ਨੇ ਮੈਨੂੰ ਛੂਹਿਆ ਤੱਕ ਨਹੀਂ ਸੀ। ਜਦ ਮੇਰੇ ਅਤੇ ਮੇਰੇ ਪਤੀ ਵਿੱਚ ਕੋਈ ਰਿਸ਼ਤਾ ਬਣਿਆ ਹੀ ਨਹੀਂ ਸੀ ਤਾਂ ਮੈਂ ਪ੍ਰੈਗਨੈਂਟ ਕਿਵੇਂ ਹੋ ਸਕਦੀ ਸੀ? ਮੇਰੇ ਮਨ ਵਿੱਚ ਵਾਰ-ਵਾਰ ਇਹ ਸਵਾਲ ਆ ਰਿਹਾ ਸੀ ਕਿ ਮੈਂ ਰੋਹਿਤ ਨੂੰ ਪੁੱਛਾਂ ਕਿ ਉਹਨਾਂ ਨੇ ਮੇਰੇ ਨਾਲ ਇੰਨੀ ਦੂਰੀ ਕਿਉਂ ਬਣਾਈ ਹੋਈ ਹੈ, ਪਰ ਮੇਰੀ ਹਿੰਮਤ ਹੀ ਨਹੀਂ ਪੈਂਦੀ। ਕੁਝ ਦਿਨਾਂ ਬਾਅਦ ਮੇਰੀ ਮਾਂ ਦਾ ਫ਼ੋਨ ਆਇਆ। ਉਹਨਾਂ ਨੇ ਮੈਨੂੰ ਪੁੱਛਿਆ ਕਿ ਸਰੀਤਾ, ਤੇਰੀ ਸੱਸ ਨੇ ਤੇਰੇ ਦਿਓਰ ਦਾ ਵਿਆਹ ਨਹੀਂ ਕਰਨਾ? ਤਾਂ ਮੈਨੂੰ ਖਿਆਲ ਆਇਆ ਕਿ ਮੇਰੀ ਸੱਸ ਨੇ ਤਾਂ ਮੈਨੂੰ ਕੁੜੀ ਬਾਰੇ ਕਿਹਾ ਸੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਹਾਂ ਮਾਂ, ਮੇਰੀ ਸੱਸ ਕਹਿ ਰਹੀ ਸੀ ਕਿ ਤੁਹਾਡੇ ਘਰਾਣੇ ਦੀ ਜੇ ਕੋਈ ਕੁੜੀ ਮਿਲ ਜਾਵੇ ਤਾਂ ਵਧੀਆ ਗੱਲ ਹੈ। ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੇਰੀ ਨਜ਼ਰ ਵਿੱਚ ਹਜੇ ਕੋਈ ਕੁੜੀ ਨਹੀਂ, ਜਦ ਹੋਵੇਗੀ ਤਾਂ ਦੱਸ ਦੇਵਾਂਗੀ। ਮੇਰੀ ਗੱਲ ਸੁਣ ਕੇ ਮੇਰੀ ਮਾਂ ਨੇ ਗੁੱਸੇ ਵਿੱਚ ਕਿਹਾ, ਸਰੀਤਾ, ਤੇਰੀ ਅਕਲ ਕਿੱਥੇ ਗਈ ਹੈ? ਤੂੰ ਆਪਣੀ ਭੈਣ ਰਚਨਾ ਦਾ ਨਾਮ ਕਿਉਂ ਨਹੀਂ ਲਿਆ? ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਰਚਨਾ ਨੂੰ ਵੀ ਤੇਰੇ ਜਿਹਾ ਘਰ ਪਰਿਵਾਰ ਮਿਲ ਜਾਵੇ। ਹੁਣ ਜਦ ਤੇਰਾ ਦਿਓਰ ਹੈ ਤਾਂ ਆਪਾਂ ਰਚਨਾ ਦਾ ਵਿਆਹ ਤੇਰੇ ਦਿਓਰ ਨਾਲ ਹੀ ਕਿਉਂ ਨਾ ਕਰਵਾ ਦਈਏ? ਮੈਂ ਕਿਹਾ, ਹਾਂ ਮਾਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਪਤਾ ਨਹੀਂ ਮੈਨੂੰ ਇਹ ਖਿਆਲ ਕਿਉਂ ਨਹੀਂ ਆਇਆ। ਮੈਂ ਜ਼ਰੂਰ ਆਪਣੀ ਸੱਸ ਨਾਲ ਰਚਨਾ ਦੇ ਬਾਰੇ ਗੱਲ ਕਰਾਂਗੀ। ਉਸ ਦਿਨ ਅਸੀਂ ਜਦੋਂ ਰਾਤ ਦਾ ਖਾਣਾ ਖਾ ਰਹੇ ਸੀ ਤਾਂ ਮੈਂ ਆਪਣੀ ਸੱਸ ਨੂੰ ਕਿਹਾ, ਮਾਂ ਜੀ, ਕੀ ਆਪਾਂ ਸਮੀਰ ਦਾ ਵਿਆਹ ਮੇਰੀ ਛੋਟੀ ਭੈਣ ਰਚਨਾ ਨਾਲ ਕਰਵਾ ਸਕਦੇ ਹਾਂ? ਮੇਰੀ ਗੱਲ ਸੁਣ ਕੇ ਮੇਰੀ ਸੱਸ ਨੇ ਕਿਹਾ ਕਿ ਤੂੰ ਤਾਂ ਮੇਰੇ ਮੂੰਹ ਦੀ ਗੱਲ ਖੋਹ ਲਈ। ਮੈਂ ਵੀ ਇਹੀ ਚਾਹੁੰਦੀ ਸੀ ਕਿ ਤੇਰੀ ਛੋਟੀ ਭੈਣ ਵੀ ਸਾਡੇ ਘਰ ਦੀ ਬਹੂ ਬਣੇ। ਅਸੀਂ ਦੋਨੋਂ ਸੱਸ ਬਹੂ ਇਸ ਰਿਸ਼ਤੇ ਤੋਂ ਬਹੁਤ ਖੁਸ਼ ਸੀ। ਮੇਰੀ ਸੱਸ ਨੇ ਕਿਹਾ ਕਿ ਤੂੰ ਆਪਣੀ ਮਾਂ ਨੂੰ ਦੱਸ ਦੇਈਂ ਕਿ ਮੈਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ। ਖਾਣਾ ਖਾਣ ਤੋਂ ਬਾਅਦ ਜਦੋਂ ਮੈਂ ਆਪਣੇ ਕਮਰੇ ਵਿੱਚ ਆਈ ਤਾਂ ਰੋਹਿਤ ਮੇਰਾ ਇੰਤਜ਼ਾਰ ਕਰ ਰਹੇ ਸੀ। ਅੱਜ ਰੋਹਿਤ ਨੂੰ ਪਤਾ ਨਹੀਂ ਕਿਉਂ ਮੇਰੇ ਤੇ ਜ਼ਿਆਦਾ ਹੀ ਪਿਆਰ ਆ ਰਿਹਾ ਸੀ। ਮੈਂ ਰੋਹਿਤ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ। ਰੋਹਿਤ, ਮੈਂ ਵੀ ਚਾਹੁੰਦੀ ਹਾਂ ਕਿ ਸਾਡੇ ਘਰ ਇੱਕ ਛੋਟਾ ਜਿਹਾ ਮਹਿਮਾਨ ਆਵੇ। ਮੇਰੀ ਗੱਲ ਸੁਣ ਕੇ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਮੇਰੇ ਵੱਲ ਦੇਖ ਕੇ ਸੋਚਣ ਲੱਗਿਆ ਜਿਵੇਂ ਕੋਈ ਜਵਾਬ ਸੋਚ ਰਿਹਾ ਹੋਵੇ। ਫਿਰ ਉਹ ਕਹਿਣ ਲੱਗਿਆ ਕਿ ਸਰੀਤਾ, ਤੂੰ ਤਾਂ ਮੇਰੇ ਦਿਲ ਦੀ ਗੱਲ ਬੁੱਝ ਲਈ, ਪਰ ਮੈਂ ਕੀ ਕਰਾਂ? ਤੂੰ ਜਿਵੇਂ ਹੀ ਕਮਰੇ ਵਿੱਚ ਆਉਂਦੀ ਹੈ ਤੂੰ ਤਾਂ ਤੁਰੰਤ ਸੌਂ ਜਾਂਦੀ ਹੈ। ਮੈਂ ਇਸ ਬਾਰੇ ਵਿੱਚ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਸੀ ਪਰ ਕਰ ਨਹੀਂ ਸਕਿਆ। ਮੈਨੂੰ ਲੱਗਿਆ ਕਿ ਸ਼ਾਇਦ ਤੂੰ ਅਜੇ ਇਸ ਗੱਲ ਲਈ ਰਾਜ਼ੀ ਨਹੀਂ ਹੈ। ਇਹੀ ਸੋਚ ਕੇ ਮੈਂ ਤੇਰੇ ਨਾਲ ਕੋਈ ਸ਼ਿਕਾਇਤ ਵੀ ਨਹੀਂ ਕੀਤੀ। ਰੋਹਿਤ ਦੀ ਗੱਲ ਸੁਣ ਕੇ ਮੈਂ ਸੋਚਾਂ ਵਿੱਚ ਪੈ ਗਈ। ਉਹ ਕਹਿ ਤਾਂ ਸਹੀ ਰਹੇ ਸਨ। ਪਤਾ ਨਹੀਂ ਵਿਆਹ ਤੋਂ ਲੈ ਕੇ ਹੁਣ ਤੱਕ ਮੈਨੂੰ ਕੀ ਹੋ ਗਿਆ ਸੀ।
ਮੈਂ ਜਦ ਕਮਰੇ ਵਿੱਚ ਆਉਂਦੀ ਤਾਂ ਮੈਨੂੰ ਨੀਂਦ ਆ ਜਾਂਦੀ। ਅੱਜ ਵੀ ਮੇਰੀਆਂ ਅੱਖਾਂ ਨੀਂਦ ਨਾਲ ਬੋਝਲ ਹੋ ਚੁੱਕੀਆਂ ਸਨ। ਸਾਡੀ ਦੋਨਾਂ ਦੀ ਗੱਲ ਵੀ ਅਧੂਰੀ ਹੀ ਰਹਿ ਗਈ ਸੀ। ਸਵੇਰੇ ਜਦ ਮੈਂ ਉੱਠੀ ਤਾਂ ਮੇਰੇ ਦਿਲ 'ਤੇ ਬਹੁਤ ਜ਼ਿਆਦਾ ਬੋਝ ਸੀ। ਮੈਂ ਦੇਖਿਆ ਕਿ ਰੋਹਿਤ ਆਫਿਸ ਜਾਣ ਲਈ ਤਿਆਰ ਹੋ ਰਹੇ ਸਨ। ਮੈਂ ਜਲਦੀ ਨਾਲ ਉੱਠ ਕੇ ਬੈਠ ਗਈ। ਮੈਂ ਰੋਹਿਤ ਦਾ ਹੱਥ ਫੜ ਕੇ ਬੋਲੀ ਕਿ ਰੋਹਿਤ, ਮੈਨੂੰ ਮਾफ़ ਕਰ ਦਿਓ। ਤੁਸੀਂ ਕਦੇ ਵੀ ਆਪਣੇ ਦਿਲ ਵਿੱਚ ਇਹ ਗੱਲ ਨਾ ਲਿਆਇਓ ਕਿ ਮੈਂ ਹੁਣ ਤੱਕ ਆਪਣੇ ਪਹਿਲੇ ਮੰਗੇਤਰ ਨੂੰ ਭੁੱਲ ਨਹੀਂ ਸਕੀ ਹਾਂ ਅਤੇ ਇਸ ਲਈ ਮੈਂ ਤੁਹਾਡੇ ਤੋਂ ਇਹ ਦੂਰੀ ਬਣਾ ਕੇ ਰੱਖੀ। ਅਜਿਹਾ ਕੁਝ ਨਹੀਂ ਹੈ। ਤੁਹਾਡੇ ਪਿਆਰ ਨੇ ਮੈਨੂੰ ਉਹ ਸਾਰੀਆਂ ਗੱਲਾਂ ਭੁਲਾ ਦਿੱਤੀਆਂ। ਮੇਰੀ ਗੱਲ ਸੁਣ ਕੇ ਰੋਹਿਤ ਨੇ ਕਿਹਾ ਕਿ ਤੂੰ ਚਿੰਤਾ ਨਾ ਕਰ, ਮੈਨੂੰ ਤੇਰੇ 'ਤੇ ਪੂਰਾ ਭਰੋਸਾ ਹੈ। ਮੈਨੂੰ ਪਤਾ ਹੈ ਕਿ ਤੇਰੇ ਦਿਲ ਵਿੱਚ ਅਜਿਹੀ ਕੋਈ ਗੱਲ ਨਹੀਂ ਹੈ। ਇਹ ਕਹਿ ਕੇ ਰੋਹਿਤ ਕਮਰੇ ਤੋਂ ਬਾਹਰ ਆ ਗਏ। ਫਿਰ ਰੋਹਿਤ ਅਤੇ ਸਮੀਰ ਦੋਨੋਂ ਆਫਿਸ ਚਲੇ ਗਏ। ਦੁਪਹਿਰ ਦੇ ਸਮੇਂ ਮੇਰੇ ਮਾਤਾ ਪਿਤਾ ਮਠਿਆਈ ਲੈ ਕੇ ਘਰ ਆ ਗਏ। ਉਸੇ ਦਿਨ ਮੇਰੀ ਛੋਟੀ ਭੈਣ ਰਚਨਾ ਤੇ ਮੇਰੇ ਦਿਓਰ ਸਮੀਰ ਦਾ ਵਿਆਹ ਪੱਕਾ ਹੋ ਗਿਆ। 1 ਮਹੀਨੇ ਦੇ ਵਿੱਚ ਹੀ ਮੇਰੀ ਭੈਣ ਦਾ ਵਿਆਹ ਮੇਰੇ ਦਿਓਰ ਨਾਲ ਹੋ ਗਿਆ। ਉਹ ਦੁਲਹਨ ਬਣ ਕੇ ਸਾਡੇ ਘਰ ਆ ਗਈ ਸੀ। ਮੈਂ ਬਹੁਤ ਖੁਸ਼ ਸੀ ਕਿ ਅਸੀਂ ਦੋਨੋਂ ਭੈਣਾਂ ਮਿਲ ਜੁਲ ਕੇ ਇੱਥੇ ਰਹਾਂਗੀਆਂ। ਸਵੇਰ ਹੋ ਗਈ ਸੀ ਤਾਂ ਕਾਫੀ ਲੇਟ ਹੋ ਗਿਆ, ਪਰ ਰਚਨਾ ਆਪਣੇ ਕਮਰੇ ਤੋਂ ਬਾਹਰ ਨਹੀਂ ਆਈ ਸੀ। ਜਦ ਕਿ ਮੇਰਾ ਦਿਓਰ ਕਦ ਦਾ ਉੱਠਿਆ ਹੋਇਆ ਸੀ। ਮੈਂ ਉਸ ਨੂੰ ਕਿਹਾ ਕਿ ਰਚਨਾ ਨੂੰ ਵੀ ਬੁਲਾ ਲਿਆ, ਉਹ ਨਾਸ਼ਤਾ ਕਰ ਲਵੇਗੀ। ਸਮੀਰ ਨੇ ਕਿਹਾ ਕਿ ਭਾਬੀ, ਉਹ ਅਜੇ ਸੌਂ ਰਹੀ ਹੈ, ਉਸ ਨੂੰ ਸੌਣ ਦਿਓ। ਮੈਂ ਨਹੀਂ ਚਾਹੁੰਦਾ ਕਿ ਉਸ ਦੀ ਨੀਂਦ ਖਰਾਬ ਹੋਵੇ। ਪਰ ਜਦ ਕਾਫੀ ਦੇਰ ਹੋ ਗਈ ਤਾਂ ਮੈਂ ਹੌਲੀ ਦੇਣੇ ਉਸ ਦੇ ਕਮਰੇ ਵਿੱਚ ਜਾਣ ਹੀ ਲੱਗੀ ਸੀ ਕਿ ਮੇਰੀ ਸੱਸ ਨੇ ਮੇਰਾ ਹੱਥ ਫੜ ਕੇ ਰੋਕ ਲਿਆ। ਉਹ ਮੈਨੂੰ ਕਹਿਣ ਲੱਗੀ ਕਿ ਤੂੰ ਇਹ ਨਾ ਸੋਚੀ ਕਿ ਤੇਰਾ ਦਿਓਰ ਬਹੁਤ ਚੰਗਾ ਹੈ, ਉਹ ਬਹੁਤ ਗੁੱਸੇ ਵਾਲਾ ਹੈ, ਇਸ ਲਈ ਚੰਗਾ ਇਹੀ ਹੋਵੇਗਾ ਕਿ ਤੂੰ ਉਸ ਦੇ ਕਮਰੇ ਵਿੱਚ ਨਾ ਜਾਵੇਂ। ਮੈਂ ਮਜਬੂਰੀ ਵਿੱਚ ਆਪਣਾ ਸਿਰ ਹਿਲਾ ਦਿੱਤਾ। ਮੈਨੂੰ ਰਚਨਾ 'ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਉਹ ਇੰਨੇ ਸਮੇਂ ਤੱਕ ਕੌਣ ਸੌਂਦਾ ਏ। ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਸ਼ਾਮ ਹੋ ਗਈ ਸੀ, ਪਰ ਰਚਨਾ ਹੁਣ ਤੱਕ ਕਮਰੇ ਤੋਂ ਬਾਹਰ ਨਹੀਂ ਆਈ ਸੀ। ਮੇਰਾ ਦਿਲ ਪਰੇਸ਼ਾਨ ਹੋਣ ਲੱਗਾ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਫਿਰ ਕੁਝ ਦੇਰ ਬਾਅਦ ਰਚਨਾ ਆਪਣੇ ਕਮਰੇ ਤੋਂ ਬਾਹਰ ਨਿਕਲਦੀ ਹੋਈ ਨਜ਼ਰ ਆਈ। ਉਸ ਨੂੰ ਦੇਖ ਕੇ ਮੇਰੇ ਦਿਲ ਨੂੰ ਥੋੜ੍ਹਾ ਜਿਹਾ ਸਕੂਨ ਮਿਲਿਆ, ਪਰ ਨਾਲ ਹੀ ਮੈਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਉਸਨੇ ਆਪਣਾ ਮੂੰਹ ਕਿਉਂ ਢੱਕਿਆ ਹੋਇਆ ਸੀ। ਉਹ ਜਲਦੀ ਨਾਲ ਰਸੋਈ ਵਿੱਚ ਚਲੇ ਗਈ। ਮੈਂ ਵੀ ਉਸਦੇ ਪਿੱਛੇ ਹੀ ਚਲੇ ਗਈ। ਮੈਂ ਉਸ ਨੂੰ ਪੁੱਛਣ ਲੱਗੀ ਕਿ ਤੂੰ ਇੰਨੀ ਦੇਰ ਤੱਕ ਕਿਉਂ ਸੌਂਦੀ ਰਹੀ ਤੇ ਤੂੰ ਆਪਣਾ ਮੂੰਹ ਕਿਉਂ ਢੱਕਿਆ ਹੋਇਆ ਏ। ਮੇਰੇ ਵੱਲ ਮੂੰਹ ਕਰ, ਸਭ ਠੀਕ ਤਾਂ ਹੈ। ਇਸ ਤੋਂ ਪਹਿਲਾਂ ਕਿ ਮੈਂ ਉਸਦਾ ਘੁੰਡ ਚੁੱਕ ਕੇ ਉਸਦਾ ਮੂੰਹ ਦੇਖਦੀ, ਉਹ ਭੱਜ ਕੇ ਆਪਣੇ ਕਮਰੇ ਵਿੱਚ ਚਲੇ ਗਈ। ਮੈਂ ਵੀ ਜਲਦੀ ਉਸਦੇ ਪਿੱਛੇ ਗਈ, ਪਰ ਉਸਨੇ ਕਮਰਾ ਅੰਦਰ ਤੋਂ ਲੌਕ ਕਰ ਲਿਆ। ਉਸ ਦੀ ਇਹ ਹਰਕਤ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ। ਮੈਂ ਦਰਵਾਜ਼ਾ ਖੜਕਾਉਣ ਲੱਗੀ। ਮੈਂ ਗੁੱਸੇ ਵਿੱਚ ਕਿਹਾ ਕਿ ਰਚਨਾ, ਹੁਣੇ ਹੀ ਬਾਹਰ ਨਿਕਲ, ਨਹੀਂ ਤਾਂ ਮੇਤੋਂ ਬੁਰਾ ਕੋਈ ਨਹੀਂ ਹੋਵੇਗਾ। ਉਸੇ ਵਕਤ ਮੇਰਾ ਦਿਓਰ ਉੱਥੇ ਆ ਗਿਆ। ਉਹ ਗੁੱਸੇ ਵਿੱਚ ਮੈਨੂੰ ਕਹਿਣ ਲੱਗਾ ਕਿ ਭਾਬੀ, ਤੁਸੀਂ ਮੈਨੂੰ ਤੇ ਮੇਰੀ ਨਵੀਂ ਵਿਆਹੀ ਪਤਨੀ ਨੂੰ ਪ੍ਰਾਈਵੇਸੀ ਕਿਉਂ ਨਹੀਂ ਦਿੰਦੇ। ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਮੈਂ ਵੀ ਉਸੇ ਦੀ ਜ਼ੁਬਾਨ ਵਿੱਚ ਬੋਲੀ ਕਿ ਮੈਨੂੰ ਹੁਣੇ ਅਤੇ ਇਸੇ ਵਕਤ ਆਪਣੀ ਭੈਣ ਨਾਲ ਮਿਲਣਾ ਹੈ। ਉਹ ਪਹਿਲਾਂ ਮੇਰੀ ਭੈਣ ਹੈ, ਤੇਰੀ ਪਤਨੀ ਬਾਅਦ ਵਿੱਚ ਬਣੀ ਹੈ। ਇਹ ਗੱਲ ਤੈਨੂੰ ਸਮਝ ਆਈ। ਮੈਂ ਉੱਚੀ ਬੋਲ ਰਹੀ ਸੀ। ਮੇਰੀ ਆਵਾਜ਼ ਸੁਣ ਕੇ ਮੇਰੀ ਸੱਸ ਉੱਥੇ ਆ ਗਈ ਤੇ ਕਹਿਣ ਲੱਗੀ ਕਿ ਕੀ ਗੱਲ ਹੈ, ਸਭ ਠੀਕ ਤਾਂ ਹੈ। ਮੈਂ ਕਿਹਾ, ਮਾਂ ਜੀ, ਮੈਂ ਆਪਣੀ ਭੈਣ ਨੂੰ ਮਿਲਣਾ ਹੈ। ਤਾਂ ਮੇਰੀ ਸੱਸ ਨੇ ਕਿਹਾ ਕਿ ਮੈਂ ਪਹਿਲਾਂ ਰਚਨਾ ਨੂੰ ਮਿਲ ਕੇ ਆਉਂਦੀ ਹਾਂ ਤੇ ਉਸ ਨੂੰ ਪੁੱਛਦੀ ਹਾਂ ਕਿ ਉਹ ਤੈਨੂੰ ਕਿਉਂ ਨਹੀਂ ਮਿਲਣਾ ਚਾਹੁੰਦੀ। ਮੇਰੀ ਸੱਸ ਨੇ ਕਿਹਾ ਕਿ ਰਚਨਾ ਪੁੱਤ, ਦਰਵਾਜ਼ਾ ਖੋਲ੍ਹ। ਮੇਰੀ ਸੱਸ ਦੀ ਆਵਾਜ਼ ਸੁਣ ਕੇ ਰਚਨਾ ਨੇ ਦਰਵਾਜ਼ਾ ਖੋਲ੍ਹ ਦਿੱਤਾ। ਫਿਰ ਮੇਰੀ ਸੱਸ ਕਮਰੇ ਵਿੱਚ ਚਲੇ ਗਈ। ਇਹ ਦੇਖ ਕੇ ਮੈਂ ਬਹੁਤ ਹੈਰਾਨ ਸੀ ਕਿ ਰਚਨਾ ਨੇ ਮੇਰੇ ਕਹੇ 'ਤੇ ਦਰਵਾਜ਼ਾ ਕਿਉਂ ਨਹੀਂ ਖੋਲ੍ਹਿਆ। ਥੋੜ੍ਹੀ ਦੇਰ ਬਾਅਦ ਮੇਰੀ ਸੱਸ ਬਾਹਰ ਆਈ। ਉਸਨੇ ਕਿਹਾ ਕਿ ਰਚਨਾ ਨੇ ਕਿਹਾ ਹੈ ਕਿ ਉਹ ਨਾ ਤਾਂ ਤੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਹੈ ਤੇ ਨਾ ਹੀ ਤੈਨੂੰ ਮਿਲਣਾ ਚਾਹੁੰਦੀ ਹੈ। ਪੁੱਤ, ਤੁਹਾਡੇ ਦੋਨਾਂ ਵਿੱਚ ਕੋਈ ਗੱਲ ਹੋਈ ਹੈ ਕਿ? ਮੈਨੂੰ ਦੱਸ। ਮੈਂ ਨਾ ਵਿੱਚ ਸਿਰ ਹਿਲਾ ਕੇ ਆਪਣੇ ਕਮਰੇ ਵਿੱਚ ਆ ਗਈ। ਮੇਰਾ ਦਿਲ ਬਹੁਤ ਘਬਰਾ ਰਿਹਾ ਸੀ ਕਿ ਬੈਠੇ ਬਿਠਾਏ ਮੇਰੀ ਭੈਣ ਨੂੰ ਕੀ ਹੋ ਗਿਆ ਹੈ। ਇਸੇ ਤਰ੍ਹਾਂ ਕਰਦੇ 3 ਦਿਨ ਹੋ ਗਏ। ਇਹਨਾਂ 3 ਦਿਨਾਂ ਵਿੱਚ ਇੱਕ ਵਾਰ ਵੀ ਮੈਂ ਰਚਨਾ ਦੀ ਸ਼ਕਲ ਨਹੀਂ ਦੇਖੀ ਸੀ। ਮੈਂ ਬਹੁਤ ਪਰੇਸ਼ਾਨ ਸੀ। ਇਹ ਗੱਲ ਮੈਂ ਆਪਣੇ ਮਾਂ-ਬਾਪ ਨੂੰ ਵੀ ਨਹੀਂ ਦੱਸ ਸਕਦੀ ਸੀ ਕਿਉਂਕਿ ਉਹ ਵੀ ਬਹੁਤ ਪਰੇਸ਼ਾਨ ਹੋ ਜਾਂਦੇ। ਮੈਂ ਰੋਹਿਤ ਨਾਲ ਵੀ ਇਸ ਬਾਰੇ ਗੱਲ ਕੀਤੀ, ਪਰ ਉਹ ਕਹਿੰਦੇ ਕਿ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ। ਮੈਂ ਫੁੱਟ ਕੇ ਰੋਣ ਲੱਗੀ ਤਾਂ ਰੋਹਿਤ ਮੈਨੂੰ ਪੁੱਛਣ ਲੱਗੇ ਕਿ ਤੂੰ ਰੋ ਕਿਉਂ ਰਹੀ ਹੈ।
ਮੈਂ ਉਹਨਾਂ ਨੂੰ ਕਿਹਾ ਕਿ ਜਿਵੇਂ ਕਿ ਤੁਹਾਨੂੰ ਕੁਝ ਪਤਾ ਹੀ ਨਹੀਂ। ਮੈਂ ਆਪਣੀ ਭੈਣ ਨੂੰ 3 ਦਿਨਾਂ ਤੋਂ ਮਿਲੀ ਨਹੀਂ ਤੇ ਉਹ ਤੁਸੀਂ ਪੁੱਛ ਰਹੇ ਹੋ ਕਿ ਮੈਂ ਰੋ ਕਿਉਂ ਰਹੀ ਹਾਂ। ਮੈਂ ਉਹਨਾਂ ਦਾ ਹੱਥ ਫੜ ਕੇ ਆਪਣੇ ਸਿਰ ਤੇ ਰੱਖ ਦਿੱਤਾ ਤੇ ਕਿਹਾ ਕਿ ਮੇਰੀ ਕਸਮ ਖਾ ਕੇ ਦੱਸੋ ਕਿ ਤੁਹਾਨੂੰ ਕੁਝ ਨਹੀਂ ਪਤਾ ਕਿ ਇਸ ਘਰ ਵਿੱਚ ਕੀ ਹੋ ਰਿਹਾ ਏ। ਉਹਨਾਂ ਨੇ ਕੁਝ ਦੇਰ ਮੇਰੇ ਵੱਲ ਦੇਖਿਆ ਤੇ ਫਿਰ ਕਿਹਾ ਕਿ ਮੇਰੀ ਇੱਕ ਗੱਲ ਮੰਨੇਗੀ। ਮੈਂ ਕਿਹਾ ਹਾਂ ਹਾਂ ਦੱਸੋ। ਉਹਨਾਂ ਨੇ ਜੇਬ ਵਿੱਚੋਂ ਇੱਕ ਪੁੜੀ ਕੱਢ ਕੇ ਮੈਨੂੰ ਫੜਾ ਦਿੱਤੀ ਤੇ ਕਿਹਾ ਕਿ ਅੱਜ ਰਾਤ ਦੇ ਖਾਣੇ ਵਿੱਚ ਮੇਰੇ ਭਾਈ ਤੇ ਮਾਂ ਦੇ ਖਾਣੇ ਵਿੱਚ ਮਿਲਾ ਦਈਂ। ਜੇ ਤੂੰ ਇਹ ਹਿੰਮਤ ਨਾ ਕਰ ਸਕੀ ਤਾਂ ਯਾਦ ਰੱਖੀ ਕਿ ਸਾਰੀ ਉਮਰ ਆਪਣੀ ਭੈਣ ਦੀ ਸ਼ਕਲ ਨਹੀਂ ਦੇਖ ਸਕੇਂਗੀ। ਮੈਂ ਸਵਾਲੀਆ ਨਜ਼ਰ ਨਾਲ ਰੋਹਿਤ ਵੱਲ ਦੇਖਣ ਲੱਗੀ। ਉਹਨਾਂ ਨੇ ਕਿਹਾ ਕਿ ਨਹੀਂ, ਪਰ ਕੋਈ ਸਵਾਲ ਨਹੀਂ। ਮੈਂ ਚੁੱਪ ਹੋ ਗਈ। ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਕੁਝ ਨਾ ਕੁਝ ਤਾਂ ਗੜਬੜ ਹੈ। ਮੈਂ ਰੋਹਿਤ ਦੀ ਗੱਲ ਮੰਨ ਲਈ ਤੇ ਆਪਣੀ ਸੱਸ ਤੇ ਦਿਓਰ ਦੇ ਖਾਣੇ ਵਿੱਚ ਹੀ ਦਵਾਈ ਮਿਲਾ ਦਿੱਤੀ। ਥੋੜੀ ਦੇਰ ਬਾਅਦ ਹੀ ਮੇਰੀ ਸੱਸ ਤੇ ਦਿਓਰ ਕੁਰਸੀ ਉੱਪਰ ਹੀ ਬੈਠੇ ਬੈਠੇ ਲੁੜਕ ਗਏ। ਮੇਰੇ ਪਤੀ ਜਲਦੀ ਨਾਲ ਉੱਠੇ ਤੇ ਰਚਨਾ ਦੇ ਕਮਰੇ ਕੋਲ ਜਾ ਕੇ ਬੋਲੇ, ਰਚਨਾ, ਮੈਂ ਹਾਂ ਰੋਹਿਤ, ਜਲਦੀ ਦਰਵਾਜ਼ਾ ਖੋਲ੍ਹ। ਰਚਨਾ ਨੇ ਦਰਵਾਜ਼ਾ ਖੋਲ੍ਹ ਦਿੱਤਾ। ਫਿਰ ਰੋਹਿਤ ਨੇ ਸਾਨੂੰ ਦੋਨਾਂ ਭੈਣਾਂ ਨੂੰ ਜਲਦੀ ਨਾਲ ਗੱਡੀ ਵਿੱਚ ਬੈਠਣ ਲਈ ਕਿਹਾ। ਅਸੀਂ ਚੁੱਪਚਾਪ ਦੋਨੇ ਗੱਡੀ ਵਿੱਚ ਬੈਠ ਗਈਆਂ। ਰੋਹਿਤ ਸਾਨੂੰ ਉਸ ਘਰ ਤੋਂ ਬਹੁਤ ਦੂਰ ਲੈ ਕੇ ਆ ਗਏ ਤੇ ਫਿਰ ਉਹਨਾਂ ਨੇ ਗੱਡੀ ਰੋਕ ਦਿੱਤੀ। ਉਹ ਕਹਿਣ ਲੱਗੇ ਕਿ ਮੇਰੀ ਗੱਲ ਧਿਆਨ ਨਾਲ ਸੁਣੋ। ਤੁਸੀਂ ਤੇ ਤੁਹਾਡੇ ਘਰ ਵਾਲੇ ਜਿਸ ਤਰ੍ਹਾਂ ਦਾ ਸਾਨੂੰ ਸਮਝ ਰਹੇ ਸੀ, ਅਸੀਂ ਉਸ ਤਰ੍ਹਾਂ ਦੇ ਲੋਕ ਨਹੀਂ ਹਾਂ। ਅਸੀਂ ਕੋਈ ਖਾਨਦਾਨੀ ਅਮੀਰ ਨਹੀਂ ਹਾਂ, ਸਗੋਂ ਅਸੀਂ ਤਾਂ ਫਰਾਡ ਹਾਂ। ਅਸੀਂ ਦੂਜੇ ਸ਼ਹਿਰਾਂ ਵਿੱਚ ਜਾ ਕੇ ਇੱਕ ਵਧੀਆ ਘਰ ਜਾ ਕੇ ਕਿਰਾਏ 'ਤੇ ਲੈ ਲੈਂਦੇ ਹਾਂ ਤੇ ਸਾਡਾ ਰਹਿਣ ਸਹਿਣ ਦੇਖ ਕੇ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਬਹੁਤ ਅਮੀਰ ਹਾਂ। ਫਿਰ ਅਸੀਂ ਗਰੀਬ ਕੁੜੀਆਂ ਨਾਲ ਵਿਆਹ ਕਰਾ ਲੈਂਦੇ, ਫਿਰ ਉਹਨਾਂ ਨੂੰ ਚੰਗੀ ਕੀਮਤ 'ਤੇ ਵੇਚ ਦਿੰਦੇ ਹਾਂ ਤੇ ਫਿਰ ਉਸ ਸ਼ਹਿਰ ਤੋਂ ਫਰਾਰ ਹੋ ਜਾਂਦੇ ਹਾਂ। ਸਰੀਤਾ, ਮੈਂ ਤੈਨੂੰ ਵੀ ਹਰ ਰਾਤ ਨੀਂਦ ਦੀ ਦਵਾਈ ਦਿੰਦਾ ਸੀ ਤਾਂ ਕਿ ਤੂੰ ਮੈਨੂੰ ਕਿਸੇ ਕਿਸਮ ਦਾ ਸਵਾਲ ਨਾ ਕਰ ਸਕੀ, ਕਿਉਂਕਿ ਸਾਡਾ ਇਰਾਦਾ ਇਹ ਸੀ ਕਿ ਜਦ ਸਮੀਰ ਦਾ ਵਿਆਹ ਰਚਨਾ ਨਾਲ ਹੋ ਜਾਵੇਗਾ ਤਾਂ ਅਸੀਂ ਤੁਹਾਨੂੰ ਦੋਨਾਂ ਨੂੰ ਇਕੱਠਿਆਂ ਨੂੰ ਹੀ ਵੇਚ ਦੇਵਾਂਗੇ। ਪਰ ਤੇਰੇ ਨਾਲ ਇੰਨੇ ਦਿਨ ਰਹਿੰਦੇ ਰਹਿੰਦੇ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ, ਇਸ ਲਈ ਮੈਂ ਤੁਹਾਨੂੰ ਦੋਨਾਂ ਨੂੰ ਉਸ ਘਰ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਕਾਮਯਾਬ ਵੀ ਹੋ ਗਿਆ। ਸਰੀਤਾ, ਜੇ ਤੂੰ ਮੈਨੂੰ ਅਪਣਾਉਣਾ ਚਾਹੁੰਦੀ ਐਂ ਤਾਂ ਮੈਂ ਤੇਰੀ ਖਾਤਰ ਇਹ ਜ਼ੁਲਮ ਦਾ ਰਾਸਤਾ ਛੱਡ ਦੇਵਾਂਗਾ। ਇੰਨਾ ਕਹਿ ਕੇ ਰੋਹਿਤ ਸਾਨੂੰ ਦੋਨਾਂ ਨੂੰ ਸਾਡੇ ਮਾਂ-ਬਾਪ ਦੇ ਘਰ ਛੱਡ ਆਇਆ ਸੀ। ਮੈਂ ਰਚਨਾ ਨੂੰ ਪੁੱਛਿਆ ਕਿ ਤੂੰ ਮੇਰੇ ਨਾਲ ਇੰਨੀ ਗੱਲ ਕਿਉਂ ਨਹੀਂ ਕਰ ਰਹੀ ਸੀ। ਰਚਨਾ ਕਹਿਣ ਲੱਗੀ ਕਿ ਮੈਨੂੰ ਪਹਿਲੇ ਦਿਨ ਹੀ ਸਮੀਰ ਨੇ ਧਮਕੀ ਦਿੱਤੀ ਸੀ ਕਿ ਜੇ ਮੈਂ ਤੁਹਾਡੇ ਨਾਲ ਗੱਲ ਕੀਤੀ ਤਾਂ ਉਹ ਤੁਹਾਡੇ ਨਾਲ ਕੁਝ ਗਲਤ ਕਰ ਦੇਣਗੇ। ਉਹਨਾਂ ਨੇ ਮੇਰਾ ਫੋਨ ਵੀ ਖੋਹ ਲਿਆ ਸੀ। ਮੈਂ ਮਜਬੂਰ ਸੀ, ਇਸ ਲਈ ਉਹ ਜਿਵੇਂ ਕਹਿ ਰਹੇ ਸੀ ਮੈਂ ਉਵੇਂ ਹੀ ਕਰ ਰਹੀ ਸੀ। ਇਹ ਗੱਲ ਮੈਂ ਆਪਣੇ ਮਾਂ-ਬਾਪ ਨੂੰ ਦੱਸੀ ਤਾਂ ਉਹ ਵੀ ਇਹ ਗੱਲ ਸੁਣ ਕੇ ਪਰੇਸ਼ਾਨ ਹੋ ਗਏ ਸਨ। ਖੈਰ, ਮੈਂ ਰੋਹਿਤ ਨਾਲ ਰਹਿਣ ਦਾ ਇਰਾਦਾ ਕਰ ਲਿਆ ਸੀ। ਰੋਹਿਤ ਨੇ ਪੁਲਿਸ ਨਾਲ ਗੱਲ ਕਰਕੇ ਆਪਣੇ ਸਾਰੇ ਗੈਂਗ ਨੂੰ ਫੜਾ ਦਿੱਤਾ ਸੀ। ਰੋਹਿਤ ਮੈਨੂੰ ਬਹੁਤ ਪਿਆਰ ਕਰਦੇ। ਸਾਡੇ ਕੋਲ ਬਹੁਤੇ ਪੈਸੇ ਤਾਂ ਨਹੀਂ ਸਨ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਰੱਬ ਨੇ ਮੇਰਾ ਘਰ ਉਜੜਨ ਤੋਂ ਬਚਾ ਲਿਆ ਤੇ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਮੇਰੀ ਭੈਣ ਰਚਨਾ ਦਾ ਵੀ ਘਰ ਬਸ ਜਾਵੇਗਾ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਧੰਨਵਾਦ ਜੀ।